ਅੱਜ ਅਸੀਂ ਪੰਜਾਬੀ ਦੇ ਇੱਕ ਨਾਮਵਰ ਲੇਖਕ ਸੰਤੋਖ ਸਿੰਘ ਧੀਰ ਦੀ ਬਹੁਤ ਵਧੀਆ ਕਹਾਣੀ ਸਾਂਝੀ ਕੰਧ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਕਹਾਣੀ ਸਾਡੇ ਨਿੱਕੇ ਨਿੱਕੇ ਰੋਸਿਆਂ ਤੋਂ ਵੱਧਦੇ ਵੈਰ ਭਾਵ ਅਤੇ ਮੁੜ ਮੁਹੱਬਤੀ ਸਾਂਝ ਤੇ ਰਿਸ਼ਤਿਆਂ ਦਾ ਦੀਦਾਰ ਕਰਾਉਂਦੀ ਹੈ। 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ਤੇ ਪਿਛਲੇ ਸਾਲ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੋਂ ਅੰਦਰੀ ਆਪਣੇ ਕਬੀਲਦਾਰੀ ਤੋਰਦਾ ਸੀ ਵਿਚਾਰਾ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚੱਲਦੀਆਂ ਸੀ। ਹਾਰ ਕੇ ਉਸ ਨੂੰ 10 ਵਿਗੇ ਜ਼ਮੀਨ ਬੈਅ ਕਰਨੀ ਪਈ। ਕਿੰਨਾ ਕੁ ਚਿਰ ਬੇਗਾਨੇ ਘਰਾਂ 'ਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ। ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁਝ ਹਿੱਸਾ ਡਿੱਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ। ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ 2 ਖਣ ਆਬਾਦੀ ਵਿੱਚ ਛੱਤਣੇ ਸਨ। ਇਸ ਲਈ ਉਹਨੇ ਸ਼ਤੀਰੀਆਂ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਝਗੜਾ ਸੀ ਤਾਂ ਦਰਬਾਰੇ ਵਾਲੀ ਖੱਬੀ ਬਾਹੀ ਦਾ, ਤੇ ਇਹ ਝਗੜਾ ਥੋੜ੍ਹੇ ਕੀਤਿਆਂ ਮੁੱਕਦਾ ਨਹੀਂ ਸੀ ਦਿਸਦਾ। 1-2 ਵਾਰੀ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਸਨੇ ਕੋਈ ਹੂੰ ਹਾਂ ਨਾ ਕੀਤੀ। ਸਗੋਂ ਰੁੱਖਾ ਜਿਹਾ ਜਵਾਬ ਦਿੰਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਆਪੇ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ ਤੋਂ ਗਈ ਹੋਈ ਸੀ। ਕੋਈ ਥਾਂ 'ਤੇ 4-4 ਉਂਗਲ ਦੀਆਂ ਵਰਲਾਂ ਖੁੱਲ੍ਹੀਆਂ ਹੋਈਆਂ ਸਨ। ਆਰ ਪਾਰ ਕਈ ਮੋਰੀਆਂ, ਪਿੱਛੋਂ ਕੋਟੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸ ਨੂੰ ਰਹਿੰਦੀ ਹੈ, ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇਹ ਕੰਧ ਬਿਨਾਂ ਸਰਦਾ ਵੀ ਸੀ। ਉਹਦੇ ਕੋਲ 2 ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦਾ ਸੀ, ਜਿਸ ਦੀ ਹਾਲਤ ਚੰਗੀ ਸੀ ਤੇ ਉਹਨਾਂ ਦੇ ਗੁਜ਼ਾਰੇ ਲਈ ਵੀ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ। ਨਵੇਂ ਘਰ ਉੱਤੇ ਜਿਸ ਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ, ਉਹ ਹੁਣ ਕੱਚੀ ਵੀ ਕਿਉਂ ਰੱਖੇ। ਤਿੰਨਾਂ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਕਿਵੇਂ ਪੁੱਟ ਲਵੇ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਕੱਚੀਆਂ ਤੇ ਬੋਦੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਸਨ। ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ। ਉਹਨੂੰ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ, ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸੌਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ
ਉਸਨੇ ਆਖਿਆ ਕਿ ਉਹ ਦਰਬਾਰੇ ਨਾਲ ਜਾ ਕੇ ਗੱਲ ਕਰਨ, ਉਸ ਨੂੰ ਸਮਝਾਉਣ। ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਫਿਰ ਆਪ ਉਹ ਜਾ ਕੇ ਦਰਬਾਰੇ ਨੂੰ ਸਮਝਾਵੇ, ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਹੀ ਆ ਜਾਵੇ। ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜ੍ਹਾ ਔਲ ਕੇ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਉਹ ਹੁਣੇ ਪਟਵਾਰੀ ਵੱਲ ਨੂੰ ਗਿਆ ਹੈ। ਕਪੂਰ ਸਿੰਘ ਮਗਰੀ ਤੁਰ ਪਿਆ। ਉੱਥੇ ਹੀ ਦੋ ਆਦਮੀਆਂ ਦੇ ਸਾਹਮਣੇ ਗੱਲ ਕਰਨੀ ਯੋਗ ਸਮਝੀ। ਜਾਂਦੇ ਨੂੰ ਅੱਗੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇੱਕ ਦੋ ਹੋਰ ਆਦਮੀ ਮੰਜਿਆਂ ਉੱਤੇ ਬੈਠੇ ਸਨ। ਦਰਬਾਰਾ ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਨੇ ਪਟਵਾਰਖਾਨੇ ਵਿੱਚ ਸਾਰਿਆਂ ਨੂੰ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ਭਾਈ ਦਰਬਾਰਾ ਸਿਆਂ, ਉਹ ਇੱਕ ਕੰਧ ਦਾ ਫੇਰ ਕਿੱਕਣ ਕਰਨਾ ਹੈ। ਕਿਹੜੀ ਕੰਧ? ਦਰਬਾਰੇ ਨੇ ਸਗੋਂ ਪੈਰਾਂ ਉੱਤੇ ਪਾਣੀ ਹੀ ਨਾ ਪੈਣ ਦਿੱਤਾ। ਤੂੰ ਭੁੱਲਿਆ ਹੋਇਆ? ਕਪੂਰ ਸਿੰਘ ਬੋਲਿਆ, ਆਪਣੀ ਸਾਂਝੀ ਕੰਧ ਦਰਬਾਰਾ ਸਿਆਂ, ਸਾਂਝੀ ਕੰਧ। ਮੈਨੂੰ ਨਹੀਂ ਲੋੜ ਕੰਧ ਦੀ। ਓਪਰਿਆਂ ਵਾਂਗ ਦਰਬਾਰੇ ਨੇ ਉਹਦੇ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ, ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ। ਕਪੂਰ ਸਿੰਘ ਨਿਮਾਣਾ ਜਿਹਾ ਹੋ ਕੇ ਬੋਲਿਆ, ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਨਾ, ਤੂੰ ਕਰ ਲੈ। ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਵੱਡੀ ਕੰਧ, ਕੱਲਾ 40 ਫੁੱਟ ਲੰਬੀ, 14 ਫੁੱਟ ਉੱਚੀ, 1.5 ਇੰਚ ਚੌੜੀ। ਇਹ ਆਸਾਨ ਨਹੀਂ ਮੇਰੇ ਵਾਸਤੇ। ਮੇਰਾ ਤਾਂ ਕੰਮ ਅਟਕਿਆ ਪਿਆ। ਲੈ, ਮੈਨੂੰ ਕੀ? ਮੇਰੀ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ। ਅਟਕਿਆ ਤਾਂ ਅਟਕਿਆ ਰਹੇ। ਦਰਬਾਰਾ ਸਿੰਘ ਨੇ ਸਿਰ ਮਾਰ ਕੇ ਆਖਿਆ। ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ, ਓਏ ਕਾਹਨੂੰ ਲੜਿਓ? ਕਾਹਨੂੰ ਬਾਖੇ ਚੌੜੇ ਹੁੰਦੇ ਹੋ? ਮੁਕਾ ਲਓ ਰਲ ਕੇ। ਪਰ ਸਰਪੰਚ ਨੇ ਮਲਵੀ ਜੀਭ ਨਾਲ ਚੱਬ ਕੇ ਟੋਕਿਆ, ਆਪਾਂ ਨੂੰ ਕਾਹਨੂੰ ਆਉਣਾ ਹੈ ਵਿੱਚੇ ਪਟਵਾਰੀ ਜੀ? ਭਾਈ ਭਾਈ ਨੇ ਆਪ ਹੀ ਸਮਝਣਗੇ। ਕਪੂਰ ਸਿੰਘ ਸਰਪੰਚ ਦਾ ਰੁੱਖ ਤਾੜ ਗਿਆ। ਅੱਗੇ ਵੀ ਉਹ ਕਈ ਵਰ੍ਹਿਆਂ ਤੋਂ ਉਹਦੇ ਨਾਲ ਲੱਗਦਾ ਹੁੰਦਾ ਸੀ। ਦਰਬਾਰੇ ਕੱਪੜ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ। ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਕੀ ਚਾਹੀਦਾ ਸੀ। ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ਦਰਬਾਰਾ ਸਿਆ, ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰ ਹਾਂ ਭਾਈ, ਲੜਦੇ ਚੰਗੇ ਨਹੀਂ ਲੱਗਦੇ। ਆਹ ਰਲ ਕੇ ਕੰਧ ਬਣਾਈਏ। ਤੂੰ ਹਾਂ ਕਰ, ਜਿੱਕਣ ਕਹੇਗਾ ਮੈਂ ਉਕੜੇ ਮੰਨ ਲੂੰਗਾ। ਕੰਧ ਹੈ ਮਾੜੀ, ਦੋਹਾਂ ਨੂੰ ਇਹ ਦਾ ਸੁੱਖ ਹੈ। ਮਾੜੀ ਮੋਟੀ ਕੰਧੌੜੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ, ਸਾਰਾ ਭਾਰ ਚੱਕਣਾ ਮੈਨੂੰ ਤਾਂ ਔਖਾ ਹੈ। ਤੂੰ ਮੈਨੂੰ ਬਹੁਤਾ ਚੁਕਾ ਦੇ, ਆਪ ਭਾਈ ਥੋੜ੍ਹਾ ਚੁੱਕ ਲੈ। ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਛ ਢਿੱਲੀ ਕਰ ਦਿੱਤੀ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖੰਘੂਰਿਆ। ਇੰਨੀ ਹੌਲੀ ਤੇ ਇੰਨਾ ਬੇਮਲੂਮ, ਜਿਸ ਵਿਚਲੀ ਰਮਜ ਨੂੰ ਦਰਬਾਰਾ ਹੀ ਬੁੱਝ ਸਕੇ। ਦਰਬਾਰੇ ਨੂੰ ਫਿਰ ਵੱਟ ਚੜ੍ਹ ਗਿਆ ਤੇ ਬੋਲਿਆ, ਓਏ ਮੈਂ ਸ਼ਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ? ਪਰ ਤੈਨੂੰ ਅਨਕਾਰ ਕਿਹੜੀ ਗੱਲੋਂ ਹੈ? ਕਪੂਰ ਸਿੰਘ ਨੇ ਫਿਰ ਵੀ ਭਾਈਬੰਦੀ ਵਰਤੀ। ਕੀ ਕਰੇ ਕਪੂਰ ਸਿੰਘ, ਲੋੜ ਜੋ ਸੀ। ਉਹ ਭਾਈ, ਮੇਰੇ ਵਿੱਚ ਨਹੀਂ ਜਾਨ ਪੈਸਾ ਖਰਚਣ ਖੁਰਚਣ ਦੀ, ਮੈਂ ਕਾਹਤੋਂ ਫਾਹੇ ਚੜ੍ਹਾਂ? ਦਰਬਾਰਾ ਸਿੰਘ ਬੋਲਿਆ। ਕਪੂਰ ਸਿੰਘ ਵਿਚਾਰਾ ਫਿਰ ਬੋਲਿਆ, ਖਰਚ ਹਲੇ ਮੈਂ ਕਰ ਦਿੰਦਾ ਦਰਬਾਰਾ ਸਿਆਂ, ਤੂੰ ਫੇਰ ਦੇ ਦੇਈਂ ਜਦ ਤੇਰੇ ਕੋਲ ਹੋਣਗੇ। ਮੈਂ ਐਵੇਂ ਤੇਰੀ ਜੁੱਤੀ ਹੇਠਾਂ ਵਾਂ? ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। ਕਪੂਰ ਸਿੰਘ ਬਹੁਤ ਦੁਖੀ ਹੋ ਗਿਆ। ਕੀ ਕਰੇ ਤੇ ਕੀ ਨਾ ਕਰੇ। ਇਹ ਬੇਈਮਾਨ ਕਿਸੇ ਦੀ ਨਹੀਂ ਮੰਨਦਾ। ਦਰਬਾਰਾ ਸਿਆਂ, ਕਪੂਰ ਸਿੰਘ ਬਿਰਬਿਰ ਕਰਨ ਲੱਗ ਪਿਆ, ਮੈਂ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੰ। ਹੁਣ ਤੂੰ ਐਵੇਂ ਅੜਿੱਕਾ ਨਾ ਢਾ, ਜਿੱਕਣ ਕਰੇਗਾ ਉਕੜੇ ਕਰ ਲਾਂਗੇ।
ਸਰਪੰਚ ਦਾ ਨਿੱਕਾ ਜਿਹਾ ਖੰਗੂਰਾ ਫਿਰ ਸੁਣਿਆ। ਦਰਬਾਰੇ ਵਿੱਚ ਜਿਵੇਂ ਓਪਰੀ ਹਵਾ ਆ ਗਈ ਹੋਵੇ। ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ ਹੈ, ਮੈਂ ਜਿਹੜਾ ਤੇਰੇ ਹਾਲ ਕਨੀ ਦੇਖਾਂ। ਪਟਵਾਰੀ, ਸਰਪੰਚ, ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁੱਚ ਤੇ ਹੋਰ ਸਮਾਈ ਨਾਲ ਆਖਿਆ, ਡੂਡ ਇੱਟ ਦਾ ਨਾ ਸਹੀ, ਇੱਕ ਇੱਟ ਦਾ ਹੀ ਕਰ ਲੈ। ਇੱਕ ਇੱਟੀ ਵੀ ਨਹੀਂ ਕਰਨੀ, ਕੱਚੀ ਕਰ ਲੈ, ਕੱਚੀ ਨਾ ਪੱਕੀ। ਚੱਲ ਤੂੰ ਇੱਟਾਂ ਦਾ ਹੀ ਅੱਧ ਦੇ, ਮਨਜ਼ੂਰੀ ਨਾ ਦੇ। ਉਹਨੇ ਹੋਰ ਕਾਪ ਖਾਧੀ, ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀਰ ਸੀ। ਹੋਰ ਵਿਗੜ ਕੇ ਬੋਲਿਆ, ਜਦ ਮੈਂ ਘੇਰਾਂ ਕਹਿ ਦਿੱਤਾ, ਮੈਨੂੰ ਨਹੀਂ ਲੋੜ, ਮੈਂ ਨਹੀਂ ਕਰਨੀ ਮੁੜ ਕੇ, ਮੈਨੂੰ ਨਾ ਕਹੀਂ। ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ। ਆਪਣੇ ਘਰ ਨੂੰ ਸਾਂਭਣਾ, ਸ਼ਤੀਰਾ ਹੇਠ ਥੰਮੀਆਂ ਦੇਣੀਆਂ। ਲਓ ਜੀ, ਉਹਨੇ ਹੋਰ ਵੀ ਠਰਮੇ ਨਾਲ ਦਰਬਾਰੇ ਨੂੰ ਆਖਿਆ, ਦਰਬਾਰਾ ਸਿਆਂ, ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਤੂੰ ਕੋਲ ਤਾਂ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ। ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿੰਦਾ ਕੋਲ ਖੜ, ਮੈਨੂੰ ਚੱਟੀ ਪਈ ਹੈ। ਲਓ ਜੀ, ਫਿਰ ਕਪੂਰ ਸਿੰਘ ਬੋਲਿਆ। ਉਹਨੇ ਮਿੰਨਤ ਕੀਤੀ। ਦਰਬਾਰਾ ਸਿੰਘ ਨੇ ਫਿਰ ਨਾ ਮੰਨੀ। ਨਾ ਬਈ, ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ, ਆਹ ਤੇ ਕੋਈ ਗੱਲ ਨਹੀਂ ਨਾ ਜੀ। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। ਇਹਨੂੰ ਕਹਿੰਦੇ ਨੇ ਸ਼ਰੀਕ। ਉਹਦੇ ਦਿਲ ਵਿੱਚ ਆਖਿਆ, ਬੰਦਾ ਭਲਾ ਕਿੱਥੋਂ ਤੱਕ ਸਬਰ ਕਰਦਾ ਰਹੇ। ਤਾਂ ਵੀ ਉਹ ਤੱਤ ਮਾਰ ਕੇ ਪਰ ਥੋੜ੍ਹਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਰ ਨਹੀਂ ਧਰੇਂਗਾ ਮੇਰੀ ਕੰਧ ਉੱਤੇ। ਸ਼ਤੀਰ ਧਰਨੋਂ ਮੈਨੂੰ ਕਿਹੜਾ ਹਟਾ ਸਕਦਾ ਹੈ, ਮੈਂ ਮਾਲਕ ਆ ਕੰਧ ਦਾ। ਦਰਬਾਰੇ ਨੇ ਆਪਣੀ ਹਿੱਕ ਥਾਪੜੀ। ਤੇਰੇ ਇਕੱਲੇ ਦੀ ਕੰਧ ਹੈ, ਮੇਰੀ ਨਹੀਂ, ਤੂੰ ਬਹੁਤਾ ਮਾਲਕ ਹੈ। ਜੇ ਪੱਖੇ ਨਾ ਤਾਂ ਕਪੂਰ ਸਿੰਘ ਕੀ ਕਰੇ। ਦਰਬਾਰੇ ਨੇ ਉਲਟੀ ਹੋਰ ਤੜੀ ਮਾਰੀ। ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜ਼ੀ ਦੇਣੀ ਹੈ, ਤੂੰ ਭਾਲਦਾ ਅੱਧ। ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ। ਜੇ ਮੀਂਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਏਗਾ ਜ਼ਿੰਮੇਵਾਰ। ਹੁਣ ਤਾਂ ਕਪੂਰ ਸਿੰਘ ਵੀ ਹੋਰ ਭੜਕ ਪਿਆ। ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ। ਅਰਜ਼ੀ ਦਊ ਇਹ ਨਗੋਰਾ ਮੇਰੇ ਉੱਤੇ। ਹੁਣ ਗਿਣ ਗਿਣ ਕੇ ਲਈ ਤੂੰ ਹਰਜਾਨਾ ਮੇਰੇ ਕੋਲੋਂ ਹਵੇਲੀ ਦਾ। ਚੱਲ ਮੈਂ ਢਾਉਣਾ ਕੰਧ, ਆ ਹਟਾ ਤੂੰ ਮੈਨੂੰ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਛੋਟਾ ਸੀ, ਸਰੀਰ ਦਾ ਵੀ ਲਿੱਸਾ, ਤੇ ਅੱਗੇ ਉਹਦੇ ਸਾਹਮਣੇ ਇਉਂ ਉਹ ਬੋਲਿਆ ਵੀ ਨਹੀਂ ਸੀ, ਪਰ ਚੁੱਕ ਬੁਰੀ ਹੀ ਹੁੰਦੀ ਹੈ ਦੋਸਤੋ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਝਾੜਦਾ ਗੜਕੇ ਨਾ ਬੋਲਿਆ, ਤੂੰ ਹੱਥ ਤਾਂ ਲਾ ਜਾ ਕੇ ਮੇਰੀ ਕੰਧ ਨੂੰ। ਦੋਵੇਂ ਉਲਝ ਪੈਂਦੇ ਹਨ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਮਾਰੀ। ਕਪੂਰ ਸਿੰਘ ਉੱਥੋਂ ਤੁਰ ਪਿਆ। ਮੱਖਾ ਚੱਲ ਤਾਂ ਸਹੀ, ਮੈਂ ਢਾਉਣਾ, ਤੂੰ ਹਟਾਈ, ਦੇਖੀ ਨਾਲੇ ਹੁਣ ਕਣ ਬਣਦੀ, ਨਾਲੇ ਨਾ ਦੇਈ, ਖਾ ਭਲਾ ਤੂੰ ਅੱਧ। ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ। ਬਹੁਤ ਮਾੜੀ ਗੱਲ ਹੈ ਦਰਬਾਰੇ ਖਾਤਰ, ਕਿਸੇ ਲੋੜ ਤਾਂ ਬੰਦੇ ਨੂੰ ਮੰਨਣਾ ਚਾਹੀਦਾ ਹੈ। ਲਓ ਜੀ, ਕਪੂਰ ਸਿੰਘ ਦੁਚਿੱਤੀ ਵਿੱਚ ਪੈ ਗਿਆ। ਘਰ ਬਣਾਵੇ ਕਿ ਨਾ ਬਣਾਵੇ, ਐਦੋਂ ਚੰਗਾ ਤਾਂ ਪਿੰਡੋਂ ਬਾਹਰ ਹੀ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ ਸੀ। ਅੱਧੀ ਵੰਡ ਕੇ ਬਣਾਉਣ ਜਾਂ ਠੋਕਰਾ ਕਰਨ ਵਿੱਚ ਉਹ ਗੱਲ ਨਹੀਂ। 4 ਚੁਫੇਰਿਓਂ ਪੱਕਾ 16 ਟੱਲੀ ਵਰਗਾ ਚਕੋਰ ਘਰ ਬਣ ਜਾਣਾ ਸੀ। ਲਓ ਜੀ, ਕਪੂਰ ਸਿੰਘ ਨੇ ਅਖੀਰ ਫੈਸਲਾ ਕੀਤਾ, ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਕੰਮ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿੱਕਾ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ। ਪੱਕੀ ਬਣ ਗਈ ਤਾਂ ਚੰਗਾ, ਇੱਕ ਪਾਸਾ ਜਾਣੋ ਕੱਚਾ ਰਹਿ ਗਿਆ। ਹੋਰ ਹੁਣ ਕੀਤਾ ਵੀ ਕੀ ਜਾਵੇ। ਲਓ ਜੀ, ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ। 3 ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ। ਦਲਾਨ, ਵਰਾਂਡਾ, ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ।
ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ। ਬੂਹਾ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। 10 ਦਿਨਾਂ ਵਿੱਚ ਥਾਓ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਕੰਧ ਹੁਣ ਵੀ ਹੋਰ ਬੁਰੀ ਲੱਗ ਰਹੀ ਸੀ। ਆਉਂਦਾ ਜਾਂਦਾ ਹਰ ਕੋਈ ਆਖੇ, ਉਹ ਕਪੂਰ ਸਿਆ, ਹੁਣ ਇਹ ਵੀ ਦਲਿੱਦਰ ਕੱਢ ਕੇ ਹੀ ਛੱਡਿਓ। ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੂਹੇ ਵੀ ਲਗਭਗ ਲੱਗ ਗਏ ਸੀ। ਡਿਉੜੀ ਦੀ ਚੁਗਾਠ ਵੀ ਧਰੀ ਗਈ ਸੀ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਉੜੀ ਦਰਬਾਰੇ ਵੱਲ, ਤੇ ਡਿਉੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲੈਂਟਰ ਪਾਉਣਾ ਸੀ, ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਡਿਉੜੀ ਦਾ ਲੈਂਟਰ ਪਾਉਣ ਲਈ ਹੋਰ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਇਕੱਠ ਕੀਤਾ। ਸਾਰਾ ਪਿੰਡ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਲਓ ਜੀ, ਪਹਿਲਾਂ ਤਾਂ ਉਹਨੇ ਬੜੇ ਪੈਰ ਅੜਾਏ ਕਿ ਭਾਈ ਮੈਂ ਕੁੜੀ ਦਾ ਵਿਆਹ ਕਰਨਾ ਆ ਜੀ, ਮੈਨੂੰ ਲੋੜ ਆ ਜੀ, ਮੇਰੀ ਪੁੱਜਤ ਨਹੀਂ ਜੀ। ਪਰ ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਦਰਬਾਰੇ ਨੂੰ ਮਨਾ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਉਹਨੂੰ, ਕਿਉਂਕਿ ਹਾਲੇ ਕੰਧ ਦੀ ਇੰਨੀ ਲੋੜ ਨਹੀਂ ਸੀ। ਇਸ ਲਈ ਰਿਆਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਗਈ। ਭਾਵੇਂ ਮਜ਼ਦੂਰੀ ਸਾਰੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢਵਾ ਕੇ ਨੀਂਹ ਪਟਵਾਉਣ ਲੱਗੇ। ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ। ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਹੁਣ ਜਦ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟਣ ਲੱਗ ਪਿਆ। ਇੱਕ ਪਾਸਿਓਂ ਧੰਮਾ ਸਿਰ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੋਹੀ ਤਾਂ ਝੱਟ ਦਰਬਾਰਾ ਸਿੰਘ ਬੁਖਲਾਈ ਆਵਾਜ਼ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਕਾਲੀਆ। ਸਾਨੂੰ ਤਾਂ ਦੋਵੇਂ ਇੱਕ ਸਾਰੋ ਦਰਬਾਰਾ ਸਿਆਂ, ਨਾਹਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਤੇ ਬੈਠਾ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ। ਇੱਕਦਮ ਰੌਲਾ ਪੈ ਗਿਆ, ਆਹ ਤਾਂ ਜਮਾ ਹੀ ਵਿੰਗੀ ਆ, ਇੱਥੇ ਕੰਧ ਜਾਂਦੀ ਹੀ ਨਹੀਂ। ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ। ਇੰਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ। ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਕਰਨੀ ਪਈ। ਹੁਣ ਠੀਕ ਹੈ, ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝੱਟ ਰੌਲਾ ਪਾ ਦਿੱਤਾ, ਓਏ ਮੈਨੂੰ ਨਹੀਂ ਮਨਜ਼ੂਰ, ਇਹ ਕੋਈ ਇਨਸਾਫ ਹੈ? ਕੰਧ 4 ਉਂਗਲ ਮੇਰੇ ਪਾਸੇ ਪਈ ਹੈ, ਤੇਰੇ ਪਾਸੇ ਕਿਵੇਂ ਹੈ ਜਦ 4 ਆਦਮੀ ਖੜੇ ਨੇ ਕੋਲ? ਕਪੂਰ ਸਿੰਘ ਬੋਲਿਆ। ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਹੈ ਓਏ ਮੇਰੇ ਪਾਸੇ ਕੰਧ ਕਰਨ ਵਾਲਾ? ਦੋਸਤੋ, ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਗਾਲ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਲਓ ਜੀ, ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ਓਏ ਦਰਬਾਰਿਆ, ਨਿਉਚ ਗੜ ਦੂੰ ਨਿਉਚ। ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆਇਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ ਤੇ ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਲਓ ਜੀ, ਦਰਬਾਰੇ ਨੇ ਲੈਂਦਿਆਂ ਹੀ 2 ਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ। ਆ ਤੈਨੂੰ ਦੇਖਾਂ ਨੇਹਾਂ 'ਚ ਕੱਢਦੇ ਨੂੰ। ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਵਗ ਗਈ। ਇੰਨੇ ਨੂੰ ਝੱਟ ਗੰਧਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੜੀ ਵਿੱਚੋਂ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਹ ਵਿੱਚ ਜਾ ਡਿੱਗਿਆ। ਪੰਚ ਰੱਸੀ ਛੱਡ ਕੇ ਪਰਾਂ ਹੋ ਗਏ। ਆਖਰ ਕੁਝ ਲੋਕਾਂ ਨੇ ਹੌਸਲਾ ਕਰਕੇ ਉਹਨਾਂ ਨੂੰ ਛੁਡਾਇਆ। ਤੀਵੀਆਂ ਘਰਾਂ ਵਿੱਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮਿਹਣੋ ਮਿਹਣੀ ਹੋਣ ਲੱਗੀਆਂ। ਚੀਖ ਚਿਹਾੜਾ,
ਗਾਲਾਂ ਦੁੱਪਣਾ, ਕੰਨ ਪਈ ਆਵਾਜ਼ ਨਾ ਸੁਣੇ। 2 ਘੰਟੇ ਉਹ ਝੱਜੂ ਪਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ, ਜਿਹੋ ਜਿਹੀ ਚਾਹੀਦੀ ਸੀ ਉਹੋ ਜਿਹੀ ਬਣ ਗਈ, ਪਰ ਜਿਉਣ ਦਾ ਕੋਈ ਹੱਜ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ, ਦਿਲਾਂ ਵਿੱਚ ਪਾਠ ਪੈ ਗਏ, ਬੋਲ ਚਾਲ ਜਾਂਦੀ ਰਹੀ। ਇੱਕ ਪੁਸ਼ਤਾਂ ਲਈ ਵੈਰ ਖੜਾ ਹੋ ਗਿਆ। 2 4 6 ਮਹੀਨੇ ਵਿੱਚ ਇੱਕ ਵਰ੍ਹਾ ਲੰਘ ਗਿਆ। ਮਿੱਥੀ ਤਾਰੀਖ 'ਤੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਪਾਸੋਂ ਪੈਸੇ ਮੰਗਣ ਦੀ ਛੇੜ ਨਾ ਛੇੜੀ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ, ਮੁੱਕਰ ਤਾਂ ਦਰਬਾਰਾ ਸਿੰਘ ਸਕਦਾ ਹੀ ਨਹੀਂ ਸੀ। 6 ਮਹੀਨੇ ਹੋਰ ਲੰਘ ਗਏ, ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਹੁਣ ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ ਤੇ ਕਹਿੰਦੀ, ਤੈਂ ਕੁਝ ਸੁਣਿਆ ਕਪੂਰ ਸਿਆਂ? ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ। ਨਾ ਚਾਚੀ, ਕਿਉਂ, ਕੀ ਗੱਲ ਹੈ? ਲੈ ਵੇ, ਤੈਨੂੰ ਖਬਰ ਨਹੀਂ, ਮੁੰਡਾ ਤਾਂ ਭੁੰਜੇ ਲਿਆ ਪਿਆ ਆਪਣਾ ਦਰਬਾਰਾ ਸਿਆਂ। ਦਰਬਾਰਾ? ਕੀ ਹੋਇਆ ਦਰਬਾਰੀ ਨੂੰ? ਲੈ ਹੋਰ ਕੀ, ਉਹ ਤਾਂ ਨਮੂਨੇ ਨਾਲ ਜੁੜਿਆ ਪਿਆ ਭਾਈ। 15 ਦਿਨ ਹੋ ਗਏ, ਰਾਤ ਬਹੂ ਰੋਂਦੀ ਸੀ, ਝੱਲੀ ਨਹੀਂ ਸੀ ਜਾਂਦੀ ਵਿਚਾਰੀ। ਇੱਕ ਤਾਂ ਇਲਾਜ ਕਰਾਉਣ ਲਈ ਕਿਹੜਾ ਸੌਖੇ ਨੇ ਚੰਦਰੇ ਬਿਨਾਂ ਪੈਸੇ ਦੇ। ਮੈਨੂੰ ਤਾਂ ਚਾਚੀ ਹੁਣ ਤੇਥੋਂ ਪਤਾ ਲੱਗਿਆ। ਲੈ ਤੂੰ ਕਿਤੇ ਉੱਪਰ ਹੈ ਚਾਚੀ, ਆਉਣ ਜਾਣ ਕੰਧ ਓਲੇ ਪਰਦੇਸ ਹੁੰਦਾ ਹੈ ਨਾ। ਲੈ ਉਹ ਜਾਣੇ ਨੋਹਾਂ ਨਾਲੋਂ ਮਾਸ ਟੁੱਟਦਾ ਕਪੂਰ ਸਿਆਂ, ਕਹਿੰਦਾ ਚਾਚੀ ਸੈਂਤ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਝੱਕਦਾ ਝੁਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂਏ ਵਰਗਾ ਰੰਗ, ਅੰਦਰ ਨੂੰ ਧੱਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਦਾ ਢਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਉੱਤੇ ਬੈਠ ਗਿਆ। ਕੀ ਹਾਲ ਹੈ ਭਾਈ ਦਰਬਾਰਿਆ? ਰਜਾਈ ਦੇ ਆਸਰੇ ਢੋ ਲਾ ਕੇ ਦਰਬਾਰਾ ਕੁਛ ਬੈਠਦਾ ਹੋਇਆ ਬੋਲਿਆ। ਹੁਣ ਤਾਂ ਚੰਗਾ ਭਾਈ, ਕੁਛ ਬਿਮਾਰੀ ਦਾ ਭੰਨਿਆ ਉਹਦਾ ਨਿਢਾਲ ਮਨ ਕੁਛ ਕਰਾਰ ਫੜ ਆਇਆ। ਕੋਈ ਨਾ ਤੂੰ ਪਿਆਰ ਹੈ, ਉੱਠਣ ਦੀ ਖੇਚਲ ਨਾ ਕਰ, ਕਪੂਰ ਸਿੰਘ ਨੇ ਕਿਹਾ। ਕਮਜ਼ੋਰੀ ਹੈ ਥੋੜ੍ਹੀ ਜਿਹੀ, ਬੋਲਣ ਲੱਗਿਆ ਦਰਬਾਰੇ ਦਾ ਸਾਰਾ ਸਰੀਰ ਕੰਬਦਾ ਸੀ। ਲਓ ਜੀ, ਕਪੂਰ ਸਿੰਘ ਨੇ ਉਹਨੂੰ ਹੌਸਲਾ ਦਿੱਤਾ। ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਵਾਣ ਬਥੇਰਾ। ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਵੱਖੀਆਂ ਨੂੰ ਸੇਕਣ ਲਈ ਲਿਆਈ। ਇਲਾਜ ਕਾਹਦਾ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਵੀ ਕੋਈ ਇਲਾਜ ਹੁੰਦੇ ਨੇ। ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸੀ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢਿਆ ਤੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੰਡੀਓਂ ਡਾਕਟਰ ਨੂੰ ਭੇਜਦਾ। ਲਓ ਜੀ, ਦਰਬਾਰੇ ਦੇ ਮਨ ਵਿੱਚ ਹੂਕ ਉੱਠੀ। ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਭਾਈ, ਕੰਧ ਵਾਲੇ। ਦਰਬਾਰਿਆ, ਕੋਈ ਨਾ, ਤੂੰ ਹਾਲੇ ਤਕੜਾ ਹੋ, ਦਿੰਦਾ ਨਹੀਂ ਪੈਸੇ ਸਾਲਿਆ ਤੂੰ ਨਾਲ ਲੈ ਜਾਣੇ। ਲਓ ਜੀ, ਦਰਬਾਰੇ ਦੀਆਂ ਅੱਖਾਂ ਸਿਮ ਆਈਆਂ। ਥੋੜ੍ਹੇ ਚਿਰ ਪਿੱਛੋਂ ਭਰੇ ਹੋਏ ਗੱਚ ਨਾਲ ਧੀਮਾ ਹੋ ਕੇ ਬੋਲਿਆ, ਬਈ ਮਕਾਨ ਦਾ ਕੰਮ ਚੜ੍ਹ ਗਿਆ ਸਿਰੇ। ਥੋੜ੍ਹਾ ਜਿਹਾ ਟੀਪ ਟੱਲਾ ਰਹਿੰਦਾ, ਸੀਮਟ ਥੁੜ ਗਿਆ ਥੋੜ੍ਹਾ ਜਿਹਾ। ਦਰਬਾਰੇ ਨੇ ਕਿਹਾ, ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਸੀ, ਨਹੀਂ ਤਾਂ ਮੈਂ ਕਿਹੜਾ ਤੇਰਾ ਦੋਖੀ ਸੀ। ਕੋਈ ਨਾ ਹੁਣ ਤੂੰ ਇਹਨਾਂ ਗੱਲਾਂ ਨੂੰ ਮਨ 'ਤੇ ਨਾ ਲਾ। ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ ਹੀ ਨਾ, ਕਪੂਰ ਸਿੰਘ ਨੇ ਕਿਹਾ। ਹਾੜ ਦਾ ਬੰਸੋ ਦਾ ਵਿਆਹ ਦੇ ਦਈਏ? ਦਰਬਾਰੇ ਦੇ ਲੂ ਵਿੱਚੋਂ ਆਪਣਤ ਜਾਗ ਰਹੀ ਸੀ। ਕੋਈ ਡਰ ਨਹੀਂ, ਜਿਹੜਾ ਭਾਰ ਸਿਰੋਂ ਲੈ ਜਾਵੇ ਉਹੀ ਚੰਗਾ, ਕਪੂਰ ਸਿੰਘ ਬੋਲਿਆ। ਤੂੰ ਆਏਂਗਾ ਨਾ, ਜਿੱਕਣ ਤੂੰ ਕਹੇ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਭਾਈ ਮੈਂ ਕਾਹਦੇ ਜੋਗਾ।
ਉਹਦੇ ਬੁੱਲ੍ਹ ਫੜਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਵੀ ਰੱਖ ਵੀਰ, ਮੈਂ ਤਿੱਥੋਂ ਨਾਬਰ ਤਾਂ ਨਹੀਂ। ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਰਹੀਆਂ ਸਨ। ਲਓ ਜੀ, ਇਹ ਕਹਾਣੀ ਪੱਥਰਾਏ ਹੋਏ ਦਿਲਾਂ ਨੂੰ ਪਿਘਲਾ ਕੇ ਖ਼ਤਮ ਹੋ ਗਈ। ਆਓ ਆਪਣੇ ਪੱਥਰ ਹੋਏ ਦਿਲਾਂ ਨੂੰ ਪਿਘਲਾਉਣ ਦੀ ਆਦਤ ਪਾਈਏ। ਇਸ ਕਹਾਣੀ ਦਾ ਮਕਸਦ ਸਿਰਫ ਇੰਨਾ ਹੀ ਸੀ।